मैं भूपिंदर सिंह भागो माजरा शिवालिक टीवी चैनल ते तुहाडा स्वागत है। असीं हाँ मौजूद कैनेडा दे प्रसिद्ध शहर कैलगरी विखे, जिथे बहुत गिणती दे विच पंजाबी भाईचारा रहिंदा है। और वो पंजाबी भाईचारा किस भाईचारा पंजाब दे विचों, हरियाणे दे विचों ਜਾਂ अदर स्टेट्स जो साडे नाल दियां लगदियां उन्हां दे विचों, तां जदों भी भाईचारा किते जांदा है तां अपने सभ्याचार नूं नाल लैके जांदा है। सो असीं इत्थे एक्स सर्विसमैन जो साडे वीर ने उन्होंने एक बहुत ही वधिया हाल बनाया हुआ है। और जिथे पंजाबी भाईचारे वालों वख-वख तरह दियां जो मीटिंगां है, जो सैमीनार है, कल्चर दे प्रोग्राम कराए जाते सन। और अज भी एक बहुत ही वधिया प्रोग्राम कराया गया है, जिस दे विच एक बहुत ही उगी लेखका बीबा गुरदीश कौर गरेवाल होरां दियां 2 किताबां रिलीज़ होईयां ने। सो उन्हां दे नाल गलबात दे कुछ अंश तुहाडे नाल असीं शेयर करन जा रहे हैं। सो भैन जी सत श्री अकाल जी। सत श्री अकाल जी, ਤੁਹਾਨੂੰ ਵੀ ਤੇ शिवालिक टीवी चैनल सुनने वाले समूह ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਸੀਂ ਬਹੁਤ ਮੁਬਾਰਕਾਂ ਦਿੰਦੇ ਹਾਂ, ਕਿਉਂਕਿ ਤੁਹਾਡੀਆਂ ਅੱਜ 2 ਕਿਤਾਬਾਂ ਰਿਲੀਜ਼ ਹੋਈਆਂ ਨੇ। ਔਰ ਉਹ 2 ਕਿਤਾਬਾਂ ਰਿਲੀਜ਼ ਹੋਣ ਦੇ ਨਾਲ ਨਾਲ ਆਲੋਚਕਾਂ ਨੇ ਪੇਪਰ ਵੀ ਪੜ੍ਹੇ ਨੇ। ਸੋ ਬੜਾ ਆਨੰਦ ਆਇਆ ਹੈ। ਤਾਂ ਤੁਹਾਨੂੰ ਜਿਹੜੀ ਸਾਹਿਤ ਲਿਖਣ ਦੀ ਚਿਣਗ ਹੈ, ਇਹ ਤੁਹਾਨੂੰ ਕਿੱਥੋਂ ਲੱਗੀ? ਜੀ ਬਹੁਤ ਬਹੁਤ ਧੰਨਵਾਦ ਵੀਰ ਜੀ। ਸਾਹਿਤ ਦੀ ਚਿਣਗ ਜਿਹੜੀ ਆ ਇਹ ਮੇਰੇ ਅੰਦਰ ਬੀਜ ਤਾਂ ਪਰਮਾਤਮਾ ਨੇ ਬੀਜਿਆ ਹੋਇਆ ਸੀਗਾ, ਅਤੇ ਨਾ ਮੇਰੇ ਖਾਨਦਾਨ 'ਚ ਕੋਈ ਲੇਖਕ ਹੋਇਆ, ਪੇਕੇ ਸਹੁਰਿਆਂ 'ਚ ਨਾਨਕਿਆਂ 'ਚ ਕੋਈ ਲੇਖਕ ਨਹੀਂ ਹੋਇਆ, ਸੈਲਫ ਮੇਡ ਹੀ ਆ। ਪਰ ਉਹ ਜਿਹੜਾ ਮੇਰੇ ਫਾਦਰ ਨੇ ਜਦੋਂ ਪਾਕਿਸਤਾਨ 'ਚੋਂ ਆਏ ਸੀ ਤਾਂ ਉਹਨਾਂ ਨੇ ਰੇਡੀਓ ਲਿਆਂਦਾ। ਸਭ ਤੋਂ ਪਹਿਲਾਂ ਰੇਡੀਓ 'ਤੇ ਉਹਨਾਂ ਨੂੰ ਕਵੀ ਦਰਬਾਰ ਅਤੇ ਮੁਸ਼ਾਇਰੇ ਸੁਣਨ ਦਾ ਬਹੁਤ ਸ਼ੌਕ ਸੀ। ਉਹ ਸੁਣਦਿਆਂ ਸੁਣਦਿਆਂ ਮੇਰੇ ਅੰਦਰ ਕਵਿਤਾ ਦਾ ਬੀਜ ਬੀਜਿਆ ਗਿਆ। ਉਹਨੂੰ ਪੁੰਗਰ ਨੂੰ ਭਾਵੇਂ ਦਹਾਕੇ ਲੱਗ ਗਏ, ਕਿਉਂਕਿ ਮੈਂ ਪਿੰਡ 'ਚੋਂ ਇਕੱਲੀ ਕੁੜੀ ਸੀ ਜਿਹੜੀ ਕਾਲਜ ਪੜ੍ਹਨ ਗਈ ਸੀ, ਅਤੇ ਸਾਰਾ ਧਿਆਨ ਪੜ੍ਹਾਈ ਵੱਲ ਹੁੰਦਾ ਸੀ। ਮੈਂ ਇਸ ਗੁਣ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਪਰ ਜਦੋਂ ਮੈਂ ਆਪਣੀ ਪੜ੍ਹਾਈ ਪੂਰੀ ਕਰ ਲਈ, BA BEd ਪੂਰੀ ਕਰ ਲਈ, ਮੈਥ ਮਿਸਟਰ ਲੱਗ ਗਈ, ਜੋਬ 'ਚ ਆਈ, ਤਾਂ ਮੈਂ ਉਦੋਂ ਕਵਿਤਾ ਲਿਖਣੀ ਸ਼ੁਰੂ ਕੀਤੀ। ਉਹ ਅੰਦਰ ਜਿਹੜਾ ਬੀਜ ਸੀਗਾ ਉਹ ਉਦੋਂ ਹੀ ਫੁੱਟਿਆ, ਅਤੇ ਮੈਂ ਪਹਿਲਾਂ ਕਵਿਤਾ ਤੋਂ ਹੀ ਆਪਣਾ ਸਾਹਿਤਕ ਸਫ਼ਰ ਜਿਹੜਾ ਉਹ ਸ਼ੁਰੂ ਕੀਤਾ। ਅਤੇ ਫਿਰ ਹੌਲੀ ਹੌਲੀ ਜਦੋਂ ਇਹਨਾਂ ਮੁਲਕਾਂ ਵਿੱਚ ਆ ਕੇ ਹੋਰ ਕਿਤਾਬਾਂ ਪੜ੍ਹੀਆਂ, ਮੈਗਜ਼ੀਨ ਰਸਾਲੇ ਪੜ੍ਹੇ, ਫਿਰ ਹੌਲੀ ਹੌਲੀ ਜਿਹੜੀ ਸੀ ਉਹ ਵਾਰਤਕ ਲਿਖਣੀ ਸ਼ੁਰੂ ਕੀਤੀ। ਫਿਰ ਇੰਨੇ ਵਿਚਾਰ ਆ ਗਏ ਕਿ ਉਹ ਕਵਿਤਾ 'ਚ ਸਮਾਉਣੇ ਔਖੇ ਹੋ ਗਏ। ਅੱਛਾ, ਜਦੋਂ ਤੁਸੀਂ ਮੈਥੇਮੈਟਿਕਸ ਦੇ ਟੀਚਰ ਸੀ, ਮੈਥੇਮੈਟਿਕਸ ਕੋਈ ਹੋਰ ਲਾਈਨ ਹੈ, ਲਿਟਰੇਚਰ ਕੋਈ ਹੋਰ ਲਾਈਨ ਹੈ, ਕਲਚਰ ਕੋਈ ਹੋਰ ਲਾਈਨ ਹੈ, ਤਾਂ ਤੁਹਾਡਾ ਇੱਧਰ ਨੂੰ ਝੁਕਾਅ ਜਿਹੜਾ ਕਿਵੇਂ ਹੋ ਗਿਆ? ਕਿਉਂਕਿ ਤੁਸੀਂ ਤਾਂ ਬੱਚਿਆਂ ਨੂੰ ਸਵਾਲ ਪੜ੍ਹਾਉਂਦੇ ਰਹੇ, ਸਵਾਲ ਕਢਾਉਂਦੇ ਰਹੇ ਨਿਆਣੇ ਨੂੰ। ਜੀ ਬਿਲਕੁਲ, ਇਹ ਤੁਹਾਡਾ ਇਹ ਸਾਰੇ ਸਵਾਲ ਕਰਦੇ ਆ ਜੀ। ਜਦੋਂ ਮੈਂ ਸਕੂਲ ਦੇ ਵਿੱਚ ਵੀ ਪੜ੍ਹਾਉਂਦੀ ਸੀ ਆਪਣੇ ਅਧਿਆਪਨ ਕਿੱਤੇ ਦੇ ਵਿੱਚ, ਅਤੇ ਉਦੋਂ ਸਾਰਿਆਂ ਨੇ ਕਹਿਣਾ ਕਿ ਪੜ੍ਹਾਉਂਦੀ ਮੈਥ ਆ ਅਤੇ ਲਿਖਦੀ ਕਵਿਤਾ ਆ। ਜਦੋਂ ਕੋਈ ਕਵਿਤਾ ਲਿਖਣੀ, ਮੇਰੇ ਹਸਬੈਂਡ ਗੌਰਮੈਂਟ ਕਾਲਜ 'ਚ ਪ੍ਰੋਫੈਸਰ ਸੀ ਪੰਜਾਬੀ ਲਿਟਰੇਚਰ ਦੇ, ਅਤੇ ਮੇਰਾ ਸਹੁਰਾ ਪਰਿਵਾਰ ਜਿਹੜਾ ਸੀ ਉਹ ਸਾਰੇ ਪੜ੍ਹੇ ਲਿਖੇ ਸੀ ਅਤੇ ਸਾਰੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੁੜੇ ਹੋਏ ਸੀਗੇ। ਕਿਤਾਬਾਂ ਦਾ ਸਾਡੇ ਘਰ ਭੰਡਾਰ ਸੀ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਕਿਹਾ ਮੈਨੂੰ ਸਾਰੇ ਕਹਿ ਦਿੰਦੇ ਆ ਕਿ ਤੂੰ ਮੈਥ ਅਤੇ ਪੰਜਾਬੀ ਦੀ ਕਵਿਤਾ ਇਹ ਕੀ ਮੇਲ ਆ? ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਲਿਟਰੇਚਰ ਦੇ ਨਾਲ ਇੰਨਾ ਪਿਆਰ ਆ ਅਤੇ ਤੂੰ MA ਪੰਜਾਬੀ ਕਰ। ਫਿਰ ਉਹਨਾਂ ਦੀ ਪ੍ਰੇਰਨਾ ਸਦਕਾ ਮੈਂ ਪ੍ਰਾਈਵੇਟ, ਉਦੋਂ ਮੇਰੇ ਬੱਚੇ ਵੀ ਸੀਗੇ, ਜੁਆਇੰਟ ਫੈਮਿਲੀ ਸੀ, ਮੈਂ ਪ੍ਰਾਈਵੇਟ MA ਪੰਜਾਬੀ ਕੀਤੀ, ਅਤੇ ਉਸ ਤੋਂ ਬਾਅਦ ਫਿਰ ਪੱਕਾ ਹੀ ਸਾਹਿਤ ਨਾਲ ਨਾਤਾ ਜੋੜ ਲਿਆ ਜੀ। ਅਤੇ ਗਰੇਵਾਲ ਜੀ, ਤੁਸੀਂ ਪਿੱਛੋਂ ਕਿਹੜੇ ਜ਼ਿਲ੍ਹੇ ਤੋਂ ਸੰਬੰਧਿਤ ਹੋ? ਜੀ ਮੇਰਾ ਜਨਮ ਜਿਹੜਾ ਸੀ ਉਹ ਜਲੰਧਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਆਦਮਪੁਰ ਦੁਆਬਾ, ਤੁਸੀਂ ਸੁਣਿਆ ਹੋਏਗਾ ਜੀ, ਜਿੱਥੇ ਏਅਰਫੋਰਸ ਸਟੇਸ਼ਨ ਆ ਜੀ, ਉੱਥੋਂ ਭੋਗਪੁਰ ਨੂੰ ਜਾਂਦੀ ਸੜਕ, ਉਸ ਸੜਕ ਦੇ ਉੱਤੇ ਮੇਰਾ ਪਿੰਡ ਹੈ ਛੋਟਾ ਜਿਹਾ ਨਾਜਕਾ। ਪੰਡੋਰੀ ਨਿੱਜਰਾਂ ਸਾਡਾ ਪਿਛਲਾ ਪਿੰਡ ਹੈ। ਅਤੇ ਮੇਰੇ ਜਿਹੜੇ ਪੇਕੇ ਪਰਿਵਾਰ ਸੀ, ਮੇਰੇ ਪੁਰਖੇ ਪਾਕਿਸਤਾਨ 'ਚੋਂ ਆਏ ਸੀ 47 ਦੀ ਵੰਡ ਵੇਲੇ, ਅਤੇ ਉੱਥੇ ਜ਼ਮੀਨ ਪਈ ਸੀ। ਉਸ ਨਾਜਕਾ, ਛੋਟੇ ਜਿਹੇ ਪਿੰਡ ਨਾਜਕਾ ਦੇ ਨੰਬਰਦਾਰ ਦੀ ਮੈਂ ਬੇਟੀ ਹਾਂ।
ਤੇ ਬਾਕੀ ਮੈਂ ਆਪਣੀ ਪੜ੍ਹਾਈ ਜਿਹੜੀ ਸੀ ਪਹਿਲਾਂ ਪ੍ਰਾਇਮਰੀ ਸਕੂਲ 'ਚੋਂ, ਫਿਰ ਸਰਕਾਰੀ ਹਾਈ ਸਕੂਲ ਖੁਰਦਪੁਰ ਤੋਂ, ਤੇ ਫਿਰ ਖਾਲਸਾ ਕਾਲਜ ਜਲੰਧਰ ਤੋਂ BA ਕਰਕੇ, ਫਿਰ B.Ed ਰਾਮਗੜੀਆ ਕਾਲਜ ਆਫ ਐਜੂਕੇਸ਼ਨ ਤੋਂ ਕਰਕੇ, ਤੇ ਫਿਰ ਮੈਂ ਮੈਥਮਿਸਟਸ ਲੱਗ ਗਈ, ਤੇ MA ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਵਿਆਹ ਤੋਂ ਬਾਅਦ ਕੀਤੀ। ਤੇ ਤੁਸੀਂ ਜਿਹੜਾ ਸਾਹਿਤ ਹੈ ਹੁਣ ਤੱਕ ਕਿੰਨਾ ਕੁ ਲਿਖ ਚੁੱਕੇ ਹੋ? ਜੀ ਮੇਰੀਆਂ ਹੁਣ ਤੱਕ ਜੀ 7 ਕਿਤਾਬਾਂ ਛਪ ਚੁੱਕੀਆਂ, 2 ਕਿਤਾਬਾਂ ਅੱਜ ਰਿਲੀਜ਼ ਹੋਈਆਂ, ਤੇ ਖੁਸ਼ੀਆਂ ਦੀ ਖੁਸ਼ਬੋਈ ਤੇ ਸਾਹਾਂ ਦੀ ਸਰਗਮ 5 ਕਿਤਾਬਾਂ ਪਹਿਲਾਂ ਮੈਂ ਲਿਖ ਚੁੱਕੀ ਹਾਂ। ਤੇ ਵਾਹਿਗੁਰੂ ਦੀ ਇੰਨੀ ਕਿਰਪਾ ਹੈ ਵੀਰ ਜੀ ਕਿ ਮੈਂ ਜਿਹੜਾ ਪ੍ਰੋਜ਼ ਤੇ ਪੋਇਟਰੀ ਆ ਉਹ ਇਕੱਠਾ ਹੀ ਲਿਖ ਲੈਂਦੀ ਹਾਂ ਜੀ। ਪਿਛਲੇ 4-5 ਸਾਲਾਂ ਦੇ ਵਿੱਚ ਜਿੰਨੀ ਕੁ ਪੋਇਟਰੀ ਲਿਖੀ ਸੀ, ਪੋਇਟਰੀ ਦੇ ਵੀ ਹਰੇਕ ਸਿਨਫ 'ਤੇ ਕਲਮ ਅਜ਼ਮਾਈ ਕੀਤੀ ਆ, ਜਿਵੇਂ ਕਵਿਤਾ, ਗੀਤ, ਗਜ਼ਲ, ਰੁਬਾਈ, ਦੋਹੇ, ਟੱਪੇ, ਸਭ ਕੁਛ ਹੀ ਲਿਖਿਆ ਹੋਇਆ। ਤੇ ਉਹ ਜਿੰਨੀ ਕੁ ਪੋਇਟਰੀ 4-5 ਸਾਲ 'ਚ ਇਕੱਠੀ ਹੁੰਦੀ ਆ, ਤੇ ਬਾਕੀ ਜਿਹੜੇ ਵਾਰਤਕ ਜਿਹੜੇ ਮੈਂ ਲੇਖ ਲਿਖਦੀ ਹਾਂ, ਜ਼ਿਆਦਾ ਕਹਾਣੀਆਂ ਵੀ ਲਿਖੀਆਂ ਪਰ ਉਹ ਥੋੜ੍ਹੀਆਂ ਅਜੇ ਗਿਣਤੀ ਵਿੱਚ। ਜ਼ਿਆਦਾ ਮੇਰਾ ਵਿਸ਼ਾ ਹੈਗਾ ਕਿ ਆਰਟੀਕਲ ਜਿਹੜੇ ਆ ਸਮਾਜਿਕ ਪਰਿਵਾਰਕ ਉਹ ਲਿਖੇ ਜਾਣ, ਤੇ ਉਹ ਫਿਰ ਲੇਖ ਵੀ ਇਕੱਠੇ ਹੋ ਜਾਂਦੇ ਆ 4-5 ਸਾਲ 'ਚ ਇੰਨੇ ਕੁ। ਤੇ ਫਿਰ 2 ਕਿਤਾਬਾਂ ਇਕੱਠੀਆਂ 2017 'ਚ ਆਈਆਂ ਸੀ, ਤੇ ਹੁਣ 2022 ਦੇ ਵਿੱਚ ਇਹ 2 ਕਿਤਾਬਾਂ ਹੋਰ ਨਵੀਆਂ ਆਈਆਂ। ਹੁਣ ਤੱਕ ਮੇਰੀਆਂ 4 ਪੁਸਤਕਾਂ ਪੋਇਟਰੀ ਦੀਆਂ ਤੇ 3 ਵਾਰਤਕ ਦੀਆਂ ਆਰਟੀਕਲਸ ਦੀਆਂ ਛਪ ਚੁੱਕੀਆਂ। ਤੇ ਤੁਹਾਨੂੰ ਪੰਜਾਬ ਤੋਂ ਆਇਆਂ ਨੂੰ ਕਿੰਨਾ ਕੁ ਸਮਾਂ ਹੋਇਆ ਇੱਥੇ? ਜੀ ਪੰਜਾਬ ਤੋਂ ਮੈਂ ਰਿਟਾਇਰਮੈਂਟ ਤੋਂ ਬਾਅਦ ਹੀ ਆਈ ਹਾਂ ਜੀ। ਬੱਚੇ ਪਹਿਲਾਂ ਆ ਗਏ ਸੀ, ਬੇਟਾ ਪੜ੍ਹਨ ਲਈ ਆਇਆ ਸੀ, ਤੇ ਮੈਂ ਰਿਟਾਇਰਮੈਂਟ ਤੋਂ ਬਾਅਦ ਪਹਿਲੀ ਕਿਤਾਬ ਮੇਰੀ 2011 'ਚ ਛਪੀ ਸੀ, ਤੇ ਉਸ ਤੋਂ ਬਾਅਦ ਬਾਕੀ ਕਿਤਾਬਾਂ ਮੇਰੀਆਂ ਜਿਹੜੀਆਂ ਉਹ ਕੈਨੇਡਾ ਦੀ ਦੇਣ ਕਹਿ ਲਓ ਕਿ ਇੱਥੇ ਜਦੋਂ ਸਮਾਂ ਸਾਡੇ ਕੋਲ ਸੀਨੀਅਰਸ ਦੇ ਕੋਲ ਵਾਧੂ ਹੁੰਦਾ, ਜੇ ਅਸੀਂ ਕੰਮ ਕਰ ਨਹੀਂ ਕਰਦੇ ਤਾਂ ਫਿਰ ਅਸੀਂ ਇਸ ਪਾਸੇ ਆਪਣਾ ਜਿਹੜਾ ਸ਼ੌਕ ਹੁੰਦਾ ਉਹਨੂੰ ਬਰਕਰਾਰ ਰੱਖਿਆ। ਕਿਉਂਕਿ ਇੱਥੇ ਇੱਕ ਇਹ ਸ਼ਬਦ ਵੀ ਬਹੁਤ ਹੀ ਸੁੰਦਰ ਹੈ ਵੀ ਜਿੱਥੇ ਗੁਲਾਬ ਜਾਂਦਾ ਏ ਜਾਂ ਜਿੱਥੇ ਗੁਲਾਬ ਖਿੜਦਾ ਏ, ਉਹ ਗੁਲਾਬ ਦੀ ਖੁਸ਼ਬੂ ਬਹੁਤ ਦੂਰ ਤੱਕ ਫੈਲ ਜਾਂਦੀ ਹੈ। ਇਸੇ ਤਰ੍ਹਾਂ ਤੁਸੀਂ ਉਰੇ ਆਏ ਹੈ ਜਾਂ ਤੁਸੀਂ ਇੱਥੇ ਆ ਗਏ, ਇੱਥੇ ਆ ਕੇ ਮੇਰਾ ਖਿਆਲ ਹੈ ਵੀ ਕੋਈ ਉਹ ਸੰਸਥਾ ਨਹੀਂ ਹੋਊਗੀ ਜਿਹੜੀ ਤੁਸੀਂ ਨਹੀਂ ਅਟੈਂਡ ਕੀਤੀ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਜੀ ਬਿਲਕੁਲ, ਇੱਥੇ ਕੈਲਗਰੀ ਦੇ ਵਿੱਚ ਪਹਿਲਾਂ ਮੈਂ ਘੁੰਮਦੀ ਫਿਰਦੀ ਆਈ ਹਾਂ ਜੀ। ਜਦੋਂ ਇੰਡੀਆ ਤੋਂ ਆਈ ਮੇਰੀ ਬੇਟੀ ਟੋਰਾਂਟੋ ਸੀ, ਤੇ ਉਹ ਸਾਡੇ ਰੂਹ ਦੀ ਖੁਰਾਕ ਆ ਲੇਖਕਾਂ ਦੇ, ਤੇ ਉੱਥੇ ਸਭਾਵਾਂ ਲੱਭੀਆਂ। ਟੋਰਾਂਟੋ ਦੀਆਂ ਸਾਰੀਆਂ ਸਭਾਵਾਂ ਜਿਹੜੀਆਂ ਸੀ ਉਹਨਾਂ ਦੀ ਮੈਂਬਰ ਬਣੀ। ਉਸ ਤੋਂ ਬਾਅਦ ਫਿਰ ਬੱਚੇ BC ਸ਼ਿਫਟ ਕਰ ਗਏ ਸੀ, ਬੇਟਾ ਮੇਰਾ। ਉੱਥੇ ਜਿੰਨੀਆਂ ਸਭਾਵਾਂ ਸੀ, ਕੇਂਦਰੀ ਪੰਜਾਬੀ ਲੇਖਕ, ਉੱਤਰੀ ਅਮਰੀਕਾ ਜਾਂ ਲੇਖਕ ਸਭਾ ਜਿੰਨੀਆਂ ਵੀ, ਉਹਨਾਂ ਸਾਰੀਆਂ ਨੂੰ ਜੁਆਇਨ ਕੀਤਾ, ਸੋਸ਼ਲ ਕਲਚਰ। ਤੇ ਫਿਰ ਅਸੀਂ 4 ਸਾਲ ਬਾਅਦ ਕੈਲਗਰੀ ਬੱਚੇ ਮੂਵ ਕਰ ਗਏ, ਕਿਉਂਕਿ ਬੱਚੇ ਸਾਡੇ ਰੋਜ਼ੀ ਰੋਟੀ ਦੀ ਖਾਤਰ ਇਹਨਾਂ ਮੁਲਕਾਂ 'ਚ ਆਏ ਆ ਜਿੱਥੇ ਬੈਟਰ ਉਹਨਾਂ ਨੂੰ ਮਿਲਦੀ ਆ ਜੋਬ, ਉਹ ਫਿਰ ਸ਼ਿਫਟ ਕਰ ਜਾਂਦੇ। ਕੈਲਗਰੀ ਆ ਕੇ ਫਿਰ ਕੈਲਗਰੀ ਦੀਆਂ ਸਭਾਵਾਂ ਲੱਭੀਆਂ ਜੀ। ਇੱਥੇ ਸਾਰੀਆਂ ਸਭਾਵਾਂ ਦੀ ਮੈਂਬਰ ਬਣੀ। ਸੋ ਉਹਨਾਂ ਸਾਰੇ ਜਿਹੜੇ ਸਭਾਵਾਂ ਦੇ ਹੈਗੇ ਆ ਮੈਂਬਰ ਸਾਹਿਬਾਨ ਆ, ਉਹ ਆਦਰ ਸਤਿਕਾਰ ਦਿੰਦੇ ਆ ਸਾਨੂੰ ਔਰਤ ਲੇਖਕਾਂ ਨੂੰ, ਤੇ ਇਸੇ ਕਰਕੇ ਅੱਜ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਆ ਸਾਰੇ ਪਹੁੰਚੇ ਆ। ਸੋ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਅੱਛਾ, ਪਰਿਵਾਰ ਵੱਲੋਂ ਤੁਹਾਨੂੰ ਲਿਖਣ ਦੇ ਸਮੇਂ ਕਿੰਨਾ ਕੁ ਸਹਿਯੋਗ ਮਿਲ ਰਿਹਾ? ਜੀ ਇਹ ਤੁਹਾਡਾ ਕੁਐਸਚਨ ਬਹੁਤ ਰੈਲੇਵੈਂਟ ਹੈ ਜੀ। ਆਮ ਤੌਰ 'ਤੇ ਸਾਡੀਆਂ ਜਿਹੜੀਆਂ ਔਰਤ ਲੇਖਕਾਵਾਂ ਹੁੰਦੀਆਂ ਉਹਨਾਂ ਦੀ ਤਰਾਸਦੀ ਆ ਕਿ ਉਹਨਾਂ ਦੇ ਅੰਦਰਲਾ ਲੇਖਕ ਮਰ ਜਾਂਦਾ, ਉਹਨਾਂ ਦਾ ਜਿਹੜਾ ਅੰਦਰ ਗੁਣ ਹੁੰਦਾ ਲਿਖਣ ਦਾ, ਉਹਨੂੰ ਪੇਕੇ ਸਹੁਰਿਆਂ ਵੱਲੋਂ ਕੋਈ ਸਪੋਰਟ ਨਹੀਂ ਮਿਲਦੀ। ਪਰ ਮੈਂ ਇਸ ਗੱਲੋਂ ਲੱਕੀ ਰਹੀ ਹਾਂ ਵੀਰ ਜੀ ਕਿ ਮੇਰੇ ਪੇਕਿਆਂ ਦੇ ਵਿੱਚ ਵੀ ਮੇਰੇ ਫਾਦਰ ਜਦੋਂ ਮੈਂ ਕੋਈ ਕਵਿਤਾ ਲਿਖਦੀ ਸੀ ਤਾਂ ਬਹੁਤ ਖੁਸ਼ ਹੁੰਦੇ ਸੀ। ਪਹਿਲੀਆਂ 2 ਕਿਤਾਬਾਂ ਉਹਨਾਂ ਦੇ ਜਿਉਂਦਿਆਂ ਛਪ ਗਈਆਂ ਸੀ, ਤੇ ਉਹਨਾਂ ਨੇ ਮੇਰਾ ਖਿਆਲ ਪਿੰਡ ਦਾ ਕੋਈ ਬੰਦਾ ਨਹੀਂ ਕਿ ਜਿਹਨੂੰ ਮੇਰੀ ਕਵਿਤਾ ਨਾ ਪੜ੍ਹ ਕੇ ਸੁਣਾਈ ਹੋਵੇ। ਤੇ ਮੈਨੂੰ ਪੇਕਿਆਂ ਦੇ ਵਿੱਚ ਵੀ ਪੂਰਾ ਸਹਿਯੋਗ ਮਿਲਿਆ। ਤੇ ਮੇਰੇ ਮਦਰ ਜਿਹੜੇ ਸੀਗੇ ਉਹ ਵੀ ਪੜ੍ਹੇ ਲਿਖੇ ਪਰਿਵਾਰ ਦੇ ਵਿੱਚੋਂ ਸੀ, ਤੇ ਉਹਨਾਂ ਨੇ ਉਹਨਾਂ ਸਮਿਆਂ ਦੀ 5ਵੀਂ ਪਾਸ ਕੀਤੀ ਹੋਈ ਸੀ, ਤੇ ਉਹਨਾਂ ਦੇ ਘਰ ਪੂਰੀ ਲਾਇਬ੍ਰੇਰੀ ਸੀ। ਉਹਨਾਂ ਨੇ ਜਦੋਂ ਮੈਂ ਪ੍ਰੋਫੈਸਰ ਮੋਹਨ ਸਿੰਘ ਦੀ ਕਿਸੇ ਕਵਿਤਾ ਦੀ ਗੱਲ ਕਰਨੀ, ਉਹਨਾਂ ਨੇ ਕਹਿਣਾ ਇਹ ਤਾਂ ਸਾਵੇ ਪੱਤਰ ਦੀ ਆ ਕਵਿਤਾ। ਉਹਨਾਂ ਨੇ ਸਾਰੀਆਂ ਕਿਤਾਬਾਂ 5ਵੀਂ ਪਾਸ ਕਰਕੇ ਘਰ ਲਾਇਬ੍ਰੇਰੀ ਹੋਣ ਕਰਕੇ ਪੜ੍ਹੀਆਂ ਹੋਈਆਂ ਸੀ। ਸੋ ਸਾਡੇ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਸੀ ਕਿ ਭਾਵੇਂ ਖੇਤੀਬਾੜੀ ਕਰਦੇ ਸੀ ਪਰ ਉਹਨਾਂ ਦੀ ਸੋਚ ਬੜੀ ਅਗਾਂਹ ਵਧੂ ਸੀ। ਫਿਰ ਮੈਂ ਸਹੁਰੇ ਪਰਿਵਾਰ 'ਚ ਆਈ, ਅਤੇ ਸਹੁਰੇ ਪਰਿਵਾਰ ਤਾਂ ਸਾਰੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਸੀ। ਮੇਰੇ ਸਹੁਰਾ ਸਾਹਿਬ 60-62 ਵਿੱਚ ਗਿਆਨੀ ਟੀਚਰ ਸੀ, ਪੰਜਾਬੀ ਟੀਚਰ ਰਿਟਾਇਰ ਹੋਏ ਸੀ, ਅਤੇ ਹਸਬੈਂਡ ਮੇਰੇ ਗੌਰਮੈਂਟ ਕਾਲਜ ਪ੍ਰੋਫੈਸਰ ਸੀ, ਨਨਾਣ ਨਣਦੋਈਆ ਪ੍ਰਿੰਸੀਪਲ ਸੀ। ਤੇ ਸਾਡੇ ਘਰ ਕਿਤਾਬਾਂ ਦੀ ਕੋਈ ਕਮੀ ਨਹੀਂ ਸੀ, ਪੂਰੀ ਲਾਇਬ੍ਰੇਰੀ ਸਾਡੇ ਘਰ ਵਿੱਚ ਸੀ। ਸੋ ਉੱਥੇ ਕਿਤਾਬਾਂ ਦੇ ਨਾਲ ਜਿਉਂ-ਜਿਉਂ ਆਪਾਂ ਪੜ੍ਹੇ ਹਾਂ, ਕਿਤਾਬਾਂ ਦੇ ਨਾਲ ਨਾਤਾ ਜੋੜਿਆ,
ਤੇ ਫਿਰ ਉੱਥੇ ਵੀ ਮੈਂ ਲਿਖਣਾ ਸ਼ੁਰੂ ਕੀਤਾ ਤੇ ਮੇਰੇ ਹਸਬੰਡ ਵੀ ਬਹੁਤ ਖੁਸ਼ ਹੁੰਦੇ ਸੀ ਜਦੋਂ ਮੈਂ ਕੋਈ ਕਵਿਤਾ ਲਿਖਦੀ ਸੀ। ਤੇ ਉਹ ਕਹਿੰਦੇ ਸੀ ਵੀ ਕਿ ਤੂੰ ਆਪਣੀ ਡਾਇਰੀ ਭਰ ਲੈ, ਤੇਰੀ ਕਿਤਾਬ ਛਪਾਵਾਂਗੇ। ਪਰ ਵਾਹਿਗੁਰੂ ਨੇ ਉਹਨਾਂ ਦਾ ਉਹ ਸੁਪਨਾ ਪੂਰਾ ਨਹੀਂ ਹੋਣ ਦਿੱਤਾ ਤੇ ਉਹ ਛੇਤੀ 2001 'ਚ ਵਾਹਿਗੁਰੂ ਨੂੰ ਪਿਆਰੇ ਹੋ ਗਏ। ਤੇ ਫਿਰ ਮੈਂ ਜ਼ਿੰਮੇਵਾਰੀਆਂ ਦੀ ਪੰਡ ਫਿਰ ਤਾਂ ਸਿਰ 'ਤੇ ਆ ਗਈ ਤੇ 5-7 ਸਾਲ ਮੇਰੀ ਜਿਹੜੀ ਕਵਿਤਾ ਸੀ ਉਹ ਤਾਂ ਦੱਬੀ ਰਹੀ ਸਟਰਗਲ ਦੇ ਨੀਚੇ ਹੀ। ਤੇ ਉਸ ਤੋਂ ਬਾਅਦ ਜਦੋਂ ਮੈਂ ਜ਼ਿੰਮੇਵਾਰੀਆਂ ਤੋਂ ਫਰੀ ਹੋਈ, ਜਦੋਂ ਮੇਰੇ ਬੱਚੇ ਜਿਹੜੇ ਸੀਗੇ ਉਹ ਸੈਟਲ ਹੋ ਗਏ, ਉਹਨਾਂ ਦੀਆਂ ਪੜ੍ਹਾਈਆਂ ਪੂਰੀਆਂ ਹੋ ਗਈਆਂ, ਉਹਨਾਂ ਦੇ ਵਿਆਹ ਵੀ ਹੋ ਗਏ, ਫਿਰ ਮੈਨੂੰ ਬੱਚਿਆਂ ਨੇ ਕਿਹਾ ਕਿ ਅਸੀਂ ਤਾਂ ਪਾਪਾ ਦਾ ਸੁਪਨਾ ਪੂਰਾ ਕਰ ਦਿੱਤਾ ਡਾਕਟਰ ਇੰਜੀਨੀਅਰ ਬਣ ਕੇ, ਹੁਣ ਮੰਮਾ ਉਹਨਾਂ ਦਾ ਇੱਕ ਸੁਪਨਾ ਸੀ ਕਿ ਤੁਹਾਡੀ ਕਿਤਾਬ ਛਪਾਉਣੀ ਆ, ਹੁਣ ਤੁਸੀਂ ਆਪਣੀ ਕਿਤਾਬ ਵੱਲ ਧਿਆਨ ਦਿਓ। ਫਿਰ ਮੇਰੇ ਬੇਟੇ ਨੇ ਸਾਰੀਆਂ ਮੇਰੀਆਂ ਕਵਿਤਾਵਾਂ ਇਕੱਠੀਆਂ ਕੀਤੀਆਂ, ਉਹਨਾਂ ਦੇ ਵਿੱਚੋਂ ਜਿਹੜੀਆਂ ਵਧੀਆ ਕਵਿਤਾਵਾਂ ਸੀ, ਲਿਟਰੇਰੀ ਸੀ, ਜਿਨ੍ਹਾਂ ਵਿੱਚ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਈ ਹੋਈ ਸੀ, ਮੇਰੀ ਆਪਣੀ ਘੱਟ ਸੀ, ਉਹਨਾਂ ਨੂੰ ਇਕੱਠਿਆਂ ਕਰਕੇ ਫਿਰ ਬੱਚਿਆਂ ਦੇ ਸਹਿਯੋਗ ਦੇ ਨਾਲ ਹੀ ਸਾਰੀਆਂ ਕਿਤਾਬਾਂ ਛਪੀਆਂ। 2011 'ਚ ਪਹਿਲੀ ਕਿਤਾਬ ਆਈ ਸੀ ਹਰਫ ਯਾਦਾਂ ਦੇ, ਤੇ ਉਸ ਤੋਂ ਬਾਅਦ ਫਿਰ 2013 ਦੇ ਵਿੱਚ ਦੂਜੀ ਆ ਗਈ ਵਾਰਤਕ ਦੀ ਸੋਚਾਂ ਦੇ ਸਿਰਨਾਮੇ। ਫਿਰ 2014 ਵਿੱਚ ਜਿੰਨੀ ਨਾਮ ਤੇ ਆਇਆ, ਉਹ ਸਾਰੀ ਰਿਲੀਜੀਅਸ ਪੋਇਟਰੀ ਦੀ ਬੁੱਕ ਆ। ਤੇ ਉੱਥੇ ਮੈਂ ਜਦੋਂ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੇਰੇ ਬੱਚੇ ਹੋਸਟਲਾਂ 'ਚ ਪੜ੍ਹਦੇ ਸੀ ਚੰਡੀਗੜ੍ਹ, ਤੇ ਮੇਰੇ ਮਦਰ ਇਨ ਲਾ ਵੀ ਤੁਰ ਗਏ, ਤੇ ਘਰ ਦੇ ਵਿੱਚ ਮੈਨੂੰ ਕੱਲ ਖਾਣ ਲੱਗਾ। ਤੇ ਫਿਰ ਬੱਚਿਆਂ ਨੂੰ ਫਿਕਰ ਸੀ ਕਿ ਮੰਮਾ ਡਿਪਰੈਸ਼ਨ 'ਚ ਚਲੇ ਜਾਣਗੇ ਇਕੱਲੇ। ਬੱਚਿਆਂ ਨੇ ਮੈਨੂੰ ਕਿਹਾ ਕਿ ਤੁਸੀਂ ਕਵਿਤਾ ਲਿਖਦੇ ਸੀ 1973 ਤੋਂ ਜਿਉਂ B.Ed ਕੀਤੀ ਆ, ਤੇ ਤੁਸੀਂ ਘਰੋਂ ਬਾਹਰ ਨਿਕਲੋ, ਤੁਸੀਂ ਸਭਾਵਾਂ 'ਚ ਜਾਓ, ਪੰਜਾਬੀ ਭਵਨ ਜਾਓ, ਤੁਸੀਂ ਉੱਥੇ ਲੇਖਕਾਂ ਨੂੰ ਮਿਲੋਗੇ ਤੇ ਤੁਹਾਡਾ ਮਨ ਹੋਰ ਪਾਸੇ ਪਊਗਾ ਤੇ ਤੁਸੀਂ ਡਿਪਰੈਸ਼ਨ ਤੋਂ ਬਚ ਜਾਓਗੇ। ਸੋ ਮੈਂ ਆਪਣਾ ਅਕਲ ਨੂੰ ਮਤਲਬ ਜਿਹੜਾ ਅਕਲ ਦੇ ਵਿੱਚੋਂ ਨਿਕਲਣ ਦੇ ਲਈ ਮੈਂ ਪੰਜਾਬੀ ਭਵਨ ਜਾਣਾ ਸ਼ੁਰੂ ਕੀਤਾ। ਉੱਥੇ ਵੱਡੇ ਵੱਡੇ ਲੇਖਕਾਂ ਨਾਲ, ਨਾਮਵਰ ਲੇਖਕ ਜਿਵੇਂ ਸੁਰਜੀਤ ਪਾਤਰਾ, ਗੁਰਭਜਨ ਗਿੱਲ, ਕੁਲਵੰਤ ਜਗਰਾਉਂ ਜੀ ਸੀ, ਇਹਨਾਂ ਨੇ ਮੈਨੂੰ ਬੜੀ ਹੱਲਾਸ਼ੇਰੀ ਦਿੱਤੀ। ਤੇ ਉਹ ਸਾਰਿਆਂ ਦੇ ਨਾਲ ਜਦੋਂ ਮੇਲ ਹੋਇਆ ਤਾਂ ਹੌਲੀ ਹੌਲੀ ਮੇਰੀ ਕਵਿਤਾ 'ਚ ਵੀ ਨਿਖਾਰ ਆਉਣਾ ਸ਼ੁਰੂ ਹੋ ਗਿਆ, ਤੇ ਫਿਰ ਮੈਂ ਇਸ ਤਰ੍ਹਾਂ ਆਪਣੇ ਸਾਹਿਤ ਦੇ ਵਿੱਚ ਅੱਗੇ ਵੱਧਦੀ ਗਈ। ਸੋ ਤੁਸੀਂ ਜਿੰਨਾ ਵੀ ਹੁਣ ਤੱਕ ਲਿਖਿਆ ਏ, ਤੁਸੀਂ ਉਹਦੇ ਵਿੱਚੋਂ ਕੁਝ ਲਾਈਨਾਂ ਜੋ ਸਾਡੇ ਦਰਸ਼ਕ ਹੈ, ਜੋ ਸਾਨੂੰ ਫੋਲੋ ਕਰਦੇ ਆ, ਉਹਨਾਂ ਦੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰੋਗੇ? ਜੀ ਬਿਲਕੁਲ ਜੀ। ਮੇਰੀ ਇੱਕ ਕਿਤਾਬ ਹੈ ਜਿਹੜੀ ਪੋਇਟਰੀ ਦੀ ਕਿਤਾਬ, ਪਿਛਲੀ ਵਾਰੀ 2017 'ਚ 2 ਕਿਤਾਬਾਂ ਰਿਲੀਜ਼ ਹੋਈਆਂ ਸੀ, ਇਹ ਮੋਹ ਦੀਆਂ ਤੰਦਾਂ ਤੇ ਸਰਗੀ ਦਾ ਸੂਰਜ। ਸਰਗੀ ਦਾ ਸੂਰਜ ਵਿੱਚ 40 ਗੀਤ ਆ, ਉਹ ਮੇਰੀਆਂ ਭੈਣਾਂ ਨੇ ਬਹੁਤ ਪਸੰਦ ਕੀਤੀ ਆ, ਤੇ ਅੱਜ ਵੀ ਜਿਹੜਾ ਉਹਨਾਂ ਨੇ ਗੀਤ ਗਾਇਆ ਤੀਆਂ ਦਾ ਗੀਤ ਉਸੇ ਕਿਤਾਬ ਦੇ ਵਿੱਚੋਂ ਹੀ ਸੀਗਾ। ਸੋ ਉਸ ਕਿਤਾਬ ਦੀ ਇੱਕ ਛੋਟੀ ਜਿਹੀ ਨਜ਼ਮ ਹੈ ਔਰਤਾਂ ਦੀ ਚੜ੍ਹਦੀ ਕਲਾ ਲਈ, ਉਹ ਮੈਂ ਸ਼ੇਅਰ ਕਰ ਦਿੰਦੀ ਹਾਂ ਜੀ, ਜੋ ਮੈਨੂੰ ਮੂੰਹ ਜਵਾਨੀ ਯਾਦ ਆ। ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ, ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ, ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ, ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ, ਮੈਂ ਸੀਤਾ ਨਹੀਂ ਜੋ ਆਪਣੇ ਸੱਤ ਲਈ ਤੈਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦ੍ਰੋਪਦੀ ਵੀ ਨਹੀਂ, ਮੈਂ ਦ੍ਰੋਪਦੀ ਵੀ ਨਹੀਂ ਜੋ ਤੇਰੇ ਹੱਥੋਂ ਜੂਏ 'ਚ ਜਾ ਹਾਰਾਂਗੀ। ਮੈਂ ਸੱਸੀ ਵੀ ਨਹੀਂ, ਮੈਂ ਸੱਸੀ ਵੀ ਨਹੀਂ ਜੋ ਤੇਰੀ ਡਾਚੀ ਦੀ ਪੈੜ ਭਾਲਦੀ ਭਾਲਦੀ ਤਪਦੇ ਰੇਗਿਸਤਾਨ 'ਚ ਸੜ ਮਰਾਂਗੀ। ਮੈਂ ਸੋਹਣੀ ਵੀ ਨਹੀਂ, ਮੈਂ ਸੋਹਣੀ ਵੀ ਨਹੀਂ ਜੋ ਕੱਚਿਆਂ 'ਤੇ ਤਰਦੀ ਤਰਦੀ ਝਨਾਹ ਦੇ ਡੂੰਘੇ ਪਾਣੀਆਂ 'ਚ ਜਾ ਖਰਾਂਗੀ। ਮੈਂ ਅਬਲਾ ਨਹੀਂ ਸਬਲਾ ਬਣਾਂਗੀ, ਮੈਂ ਤਾਂ ਮਾਈ ਭਾਗੋਵਣ ਭਟਕੇ ਹੋਏ ਵੀਰਾਂ ਨੂੰ ਰਾਹੇ ਪਾਉਣਾ ਹੈ। ਮੈਂ ਤਾਂ ਮਾਈ ਭਾਗੋਵਣ ਭਟਕੇ ਹੋਏ ਵੀਰਾਂ ਨੂੰ ਰਾਹੇ ਪਾਉਣਾ ਹੈ। ਮੈਂ ਤਾਂ ਰਾਣੀ ਝਾਂਸੀ ਬਣ ਆਜ਼ਾਦੀ ਦਾ ਬਿਗਲ ਵਜਾਉਣਾ ਹੈ। ਮੈਂ ਤਾਂ ਗੋਬਿੰਦ ਦੀ ਸ਼ਮਸ਼ੀਰ ਬਣ ਜ਼ਾਲਮ ਨੂੰ ਸਬਕ ਸਿਖਾਉਣਾ ਹੈ। ਮੈਂ ਤਾਂ ਕਲਪਨਾ ਚਾਵਲਾ ਬਣ ਧਰਤੀ ਹੀ ਨਹੀਂ ਅੰਬਰ ਵੀ ਗਾਉਣਾ ਹੈ। ਮੈਂ ਅਜੇ ਕਈ ਸਾਗਰ ਤਰਨੇ ਨੇ, ਮੈਂ ਅਜੇ ਪਰਬਤ ਸਰ ਕਰਨੇ ਨੇ, ਬਹੁਤ ਕੁਝ ਹੈ ਅਜੇ ਮੇਰੇ ਕਰਨ ਲਈ, ਦੀਸ਼ ਕੋਲ ਵੇਲ ਨਹੀਂ ਅਜੇ ਮਰਨ ਲਈ। ਬਹੁਤ ਵਧੀਆ, ਬਹੁਤ ਵਧੀਆ। ਸੋ ਤੁਸੀਂ ਸਾਡੇ ਚੈਨਲ ਰਾਹੀਂ ਜੋ ਤੁਹਾਨੂੰ ਦਰਸ਼ਕ ਦੇਖਦੇ ਆ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਜੀ ਮੈਂ ਆਪਣੇ ਦਰਸ਼ਕਾਂ ਨੂੰ, ਇਸ ਚੈਨਲ ਨੂੰ, ਸ਼ਿਵਾਲਿਕ TV ਚੈਨਲ ਦੇ ਸਮੂਹ ਦਰਸ਼ਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਚੰਗੀਆਂ ਕਿਤਾਬਾਂ ਪੜ੍ਹੋ। ਕਿਤਾਬਾਂ ਤੁਹਾਡੀਆਂ ਜੀਵਨ ਦੀਆਂ ਇੰਨੀਆਂ ਪੱਕੀਆਂ ਸਾਥੀ ਆ, ਇੰਨੀਆਂ ਸੱਚੀਆਂ ਸਾਥੀ ਆ, ਉਹਨਾਂ ਵਿੱਚੋਂ ਤੁਹਾਨੂੰ ਗਿਆਨ ਵੀ ਮਿਲਦਾ, ਤੁਹਾਨੂੰ ਜੀਵਨ ਦੀ ਸੇਧ ਵੀ ਮਿਲਦੀ ਆ, ਤੁਹਾਡਾ ਅਕਲ ਵੀ ਦੂਰ ਹੁੰਦਾ, ਤੁਸੀਂ ਡਿਪਰੈਸ਼ਨ ਤੋਂ ਬਚ ਜਾਓਗੇ। ਸੋ ਚੰਗੀਆਂ ਕਿਤਾਬਾਂ ਦੇ ਨਾਲ ਦੋਸਤੀ ਪਾਓ, ਤੇ ਜਿਹੜੀਆਂ ਕਿਤਾਬਾਂ ਇਹ ਰੁੱਸਦੀਆਂ ਵੀ ਨਹੀਂ। ਆ ਸਾਡੇ ਜਿਹੜੇ ਫੇਸਬੁੱਕੀ ਫਰੈਂਡ ਆ, ਕਮੈਂਟ ਨਾ ਕਰੋ ਤਾਂ ਰੁੱਸ ਵੀ ਜਾਂਦੇ ਆ, ਹੈ ਨਾ। ਸੋਸ਼ਲ ਮੀਡੀਆ 'ਤੇ ਅਸੀਂ ਕਿੰਨੇ ਕਿੰਨੇ ਘੰਟੇ ਬਰਬਾਦ ਕਰਦੇ ਹਾਂ। ਸੋ ਕਿਤਾਬਾਂ ਦੇ ਨਾਲ ਮੇਰੇ ਵੀਰੋ ਭੈਣੋ ਬੱਚਿਓ, ਕਿਤਾਬਾਂ ਨਾਲ ਦੋਸਤੀ ਪਾਓ, ਚੰਗੀਆਂ ਕਿਤਾਬਾਂ ਘਰ 'ਚ ਲਿਆ ਕੇ ਰੱਖੋ, ਤਾਂ ਕਿ ਤੁਹਾਡੀ ਅਗਲੀ ਪੀੜ੍ਹੀ ਜਿਹੜੀ ਉਹਨੂੰ ਵੀ ਕਿਤਾਬਾਂ ਦੇ ਨਾਲ ਪਿਆਰ ਹੋਵੇ। ਸੋ ਬਹੁਤ ਬਹੁਤ ਧੰਨਵਾਦ। ਇਹ ਸਨ
ਮੇਰੇ ਨਾਲ ਕੈਲਗਰੀ ਤੋਂ ਮਸ਼ਹੂਰ ਲੇਖਕਾ ਬੀਬਾ ਗੁਰਦੀਸ਼ ਕੌਰ ਗਰੇਵਾਲ ਜੀ। ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਹੈ, ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਵੈਲਿਊਏਬਲ ਕਮੈਂਟ ਜ਼ਰੂਰ ਦਿਓ। ਕੈਮਰਾ ਪਰਸਨ ਜਰਨੈਲ ਤੱਗੜ ਦੇ ਨਾਲ ਭੁਪਿੰਦਰ ਸਿੰਘ ਭਾਗੋ ਮਾਜਰਾ। ਤੁਸੀਂ ਦੇਖਦੇ ਹੋ ਸ਼ਿਵਾਲਿਕ ਟੀਵੀ ਚੈਨਲ। ਐਡਜੁਆਇਨਿੰਗ ਨਿਊ ਚੰਡੀਗੜ੍ਹ, ਕੁਰਾਲੀ। ਬਹੁਤ ਬਹੁਤ ਧੰਨਵਾਦ।